YouTube ਚੈਨਲ ਸਟੱਡੀ ਵਿਦ ਭਾਰਦਵਾਜ ਰਤਨ। ਤਾਂ ਅੱਜ ਅਸੀਂ ਪੰਜਾਬੀ ਵਿਆਕਰਨ ਦੇ ਅਗਲੇ ਚੈਪਟਰ ਦੀ ਗੱਲ ਕਰਾਂਗੇ। ਪਹਿਲੇ ਚੈਪਟਰ ਦੇ ਵਿੱਚ ਅਸੀਂ ਨਾਮ ਅਤੇ ਪੜਨਾਮ ਅਤੇ ਉਸ ਤੋਂ ਬਾਅਦ ਸੰਬੰਧਕ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਰ ਚੁੱਕੇ ਹਾਂ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵਾਕ ਬਾਰੇ। ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਅਤੇ ਸਭ ਤੋਂ ਪਹਿਲਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵਿਸ਼ਰਾਮ ਚਿੰਨ੍ਹਾਂ ਦੀ, ਜੋ ਕਿ ਪੰਜਾਬੀ ਦੇ ਵਿੱਚ ਕਾਫੀ ਮਹੱਤਵਪੂਰਨ ਹਨ। ਪੰਜਾਬ ਪਟਵਾਰੀ ਦੇ ਵਿੱਚ ਜੋ ਵੀ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਹਨ, ਇਹਨਾਂ ਵਿੱਚੋਂ ਹੀ ਆਉਂਦੇ ਹਨ। ਪੰਜਾਬ ਦੇ ਜਿੰਨੇ ਵੀ ਟੈਸਟ ਹੁੰਦੇ ਹਨ, ਪਟਵਾਰੀ ਦਾ ਜਾਂ ਚੋਣ ਕਾਨੂੰਗੋ ਦਾ ਜਾਂ ਐਕਸਾਈਜ਼ ਇੰਸਪੈਕਟਰ ਦਾ ਜਾਂ ਇਸ ਤੋਂ ਇਲਾਵਾ ਜੇਲ੍ਹ ਵਾਰਡਨ ਦੇ ਜਿੰਨੇ ਵੀ ਪੇਪਰ ਆਉਂਦੇ ਹਨ ਪੰਜਾਬ ਦੇ, ਇਹਨਾਂ ਵਿੱਚ ਪੰਜਾਬੀ 10 ਨੰਬਰ ਦੀ ਜਾਂ 15 ਨੰਬਰ ਦੀ ਜ਼ਰੂਰ ਆਉਂਦੀ ਹੈ। ਅਤੇ ਇਹਨੂੰ ਅਗਰ ਤੁਸੀਂ ਥਿਊਰੀ ਨੂੰ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਇਸ ਤੋਂ ਬਾਅਦ ਅਸੀਂ ਕੁਐਸਚਨ ਸੈਸ਼ਨ ਲੈ ਕੇ ਆਵਾਂਗੇ, ਅੱਗੇ MCQ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਥਿਊਰੀ ਦੀ ਗੱਲ ਕਰਦੇ ਹਾਂ। ਅਗਰ ਤੁਸੀਂ ਥਿਊਰੀ ਪੜ੍ਹੋਗੇ ਤਾਂ ਹੀ ਤੁਹਾਨੂੰ ਕੁਐਸਚਨਾਂ ਦਾ ਪਤਾ ਲੱਗੇਗਾ, ਨਾਮ ਪੜਨਾਮ ਬਾਰੇ, ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ, ਯੋਜਕ, ਵਿਸਮਕ, ਕਾਰਦੰਤਕ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਵਿਸ਼ਰਾਮ ਚਿੰਨ੍ਹ ਕਿਹੜੇ ਕਿਹੜੇ ਹੁੰਦੇ ਹਨ, ਕਿਰਿਆ ਕਿਹਨੂੰ ਕਿਹਾ ਜਾਂਦਾ, ਸ਼ਬਦ ਕਿਹਨੂੰ ਕਿਹਾ ਜਾਂਦਾ, ਵਾਕ ਉਪਵਾਕ ਕਿਹਨੂੰ ਕਿਹਾ ਜਾਂਦਾ। ਤਾਂ ਅਸੀਂ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਾਂਗੇ ਵਿਸ਼ਰਾਮ ਚਿੰਨ੍ਹਾਂ ਬਾਰੇ। ਵਿਸ਼ਰਾਮ ਚਿੰਨ੍ਹ ਹੁੰਦੇ ਕੀ ਹੈ, ਉਹਨਾਂ ਦੀ ਪਰਿਭਾਸ਼ਾ ਕੀ ਹੈ ਅਤੇ ਵਿਸ਼ਰਾਮ ਚਿੰਨ੍ਹ ਕੀ ਹੁੰਦੇ ਹਨ। ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਵਿਸ਼ਰਾਮ ਚਿੰਨ੍ਹ। ਵਿਸ਼ਰਾਮ ਚਿੰਨ੍ਹ ਦੀ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਅਸੀਂ ਪਰਿਭਾਸ਼ਾ ਦੀ ਗੱਲ ਕਰਾਂਗੇ। ਵਿਸ਼ਰਾਮ ਚਿੰਨ੍ਹ ਤੋਂ ਭਾਵ ਵਿਸ਼ਰਾਮ ਕਰਨਾ ਜਾਂ ਠਹਿਰਾਵ ਤੋਂ ਲਿਆ ਗਿਆ ਹੈ। ਇਹ ਸ਼ਬਦ ਨੂੰ ਪ੍ਰਗਟਾਉਣ ਵਾਲੇ ਉਹ ਚਿੰਨ੍ਹ ਨੇ ਜਿਹੜੇ ਕਿਸੇ ਲਿਖਤ ਵਿਭਿੰਨ ਕਿਸੇ ਠਹਿਰਾਵ ਲਈ ਵਰਤੇ ਜਾਂਦੇ ਹਨ। ਅਸੀਂ ਕੋਈ ਵਾਕ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਤੁਹਾਨੂੰ ਪਤਾ ਲੱਗਦਾ ਹੈ ਵੀ ਕਿਤੇ ਠਹਿਰਾਓ ਆਉਂਦਾ ਹੈ। ਠਹਿਰਾਓ ਮਤਲਬ ਬਿੰਦੀ ਆਉਂਦੀ ਹੈ, ਕੌਮਾ ਆਉਂਦਾ ਹੈ, ਡੰਡੀ ਆਉਂਦੀ ਹੈ, ਕਿਉਂ ਆਉਂਦੀ ਹੈ, ਉਹ ਕਿੱਥੇ ਕਿੱਥੇ ਵਰਤੀ ਜਾਂਦੀ ਹੈ ਵਾਕ ਦੇ ਵਿੱਚ ਅਤੇ ਉਹ ਕਿਉਂ ਮਹੱਤਵਪੂਰਨ ਹੈ, ਉਹ ਇਸ ਬਾਰੇ ਅਸੀਂ ਪੜ੍ਹਾਂਗੇ। ਜਦੋਂ ਕੋਈ ਗੱਲ ਕਰਨ ਲੱਗਿਆ ਜਾਂ ਲਿਖਤ ਨੂੰ ਪੜ੍ਹਨ ਵੇਲੇ ਠਹਿਰਾਓ ਥੋੜ੍ਹੇ ਦੇਰ ਬਾਅਦ ਆਉਂਦੇ ਨੇ। ਕਿਤੇ ਇਹ ਜਿਹੜੇ ਠਹਿਰਾਓ ਨੇ ਬਹੁਤੀ ਦੇਰ ਲਈ ਠਹਿਰਨਾ ਪੈਂਦਾ ਹੈ, ਕਿਤੇ ਥੋੜ੍ਹੀ ਦੇਰ ਲਈ ਠਹਿਰਨਾ ਪੈਂਦਾ ਹੈ। ਇਹ ਠਹਿਰਾਓ ਨੂੰ ਅਸੀਂ ਬੋਲਣ ਲੱਗਿਆਂ ਸਹਿਜ ਸੁਭਾਅ 'ਤੇ ਹੀ ਆ ਜਾਂਦੇ ਨੇ, ਪਰ ਲਿਖਤ ਵਿੱਚ ਇਹਨਾਂ ਦੇ ਖਾਸ ਚਿੰਨ੍ਹ ਨੇ ਇਹਨਾਂ ਭਾਸ਼ਾ ਵਿੱਚ ਪੜ੍ਹਨ ਵੇਲੇ ਲਿਖਣ ਵੇਲੇ ਕੁਝ ਠਹਿਰਾਓ ਦੀ ਜ਼ਰੂਰਤ ਪੈਂਦੀ ਹੈ। ਇਸ ਠਹਿਰਾਓ ਨੂੰ ਲਿਖਣ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਠਹਿਰਾਓ ਨੂੰ ਲਿਖਣ ਲਈ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ ਉਹਨਾਂ ਨੂੰ ਅਸੀਂ ਵਿਸ਼ਰਾਮ ਚਿੰਨ੍ਹ ਕਹਿੰਦੇ ਹਾਂ। ਇਹਦੀ ਮਹੱਤਤਾ ਕੀ ਹੈ? ਮਹੱਤਤਾ ਇਹ ਹੈ ਵੀ ਇਹ ਜਿਹੜੇ ਚਿੰਨ੍ਹ ਨੇ ਇਹਨਾਂ ਦੀ ਬੋਲਣ ਵਾਸਤੇ ਲਿਖਣ ਵੇਲੇ ਠੀਕ ਥਾਂ 'ਤੇ ਵਰਤੇ ਜਾਣ, ਤਾਂ ਕਿ ਜਿਹੜੇ ਵਾਕ ਦਾ ਭਾਵ ਆ ਉਹ ਵੀ ਕੀ ਵਾਕ ਦੇ ਵਿੱਚ ਕੀ ਕਹਿਣਾ ਚਾਹ ਰਿਹਾ ਉਹਦਾ ਭਾਵ ਪ੍ਰਗਟ ਹੋ ਜੇ ਤਾਂ ਸਾਨੂੰ ਪਤਾ ਲੱਗ ਸਕੇ। ਅਤੇ ਇਸ ਦੀ ਉਦਾਹਰਣ ਇੱਕ ਇਹ ਆ ਵੀ ਖੇਡੋ ਨਾ, ਅਗਰ ਇਹ ਲਿਖ ਦਿੰਦੇ ਸਿੱਧਾ ਖੇਡੋ ਨਾ ਪੜ੍ਹੋ ਤਾਂ ਉਹ ਕੀ ਪਤਾ ਨਹੀਂ ਲੱਗਦਾ ਸੀ ਵੀ ਪਹਿਲਾਂ ਠਹਿਰਾਓ ਕਿੱਥੇ ਆ। ਖੇਡੋ ਨਾ ਠਹਿਰਾਓ, ਫਿਰ ਪੜ੍ਹੋ, ਫਿਰ ਡੰਡੀ ਤਾਂ ਕੀ ਆ ਰੁਕ ਗਿਆ। ਅਤੇ ਖੇਡੋ ਨਾ ਪੜ੍ਹੋ ਭਾਵ ਖੇਡੋ ਨਾ ਪੜ੍ਹੋ ਪਹਿਲੇ ਸੀਗਾ ਖੇਡੋ ਨਾ ਪੜ੍ਹੋ, ਅਤੇ ਪਹਿਲੇ 'ਚ ਭਾਵ ਕੀ ਸੀ? ਅਗਰ ਇਹ ਠਹਿਰਾਓ ਦੇ ਨਾਲ ਹੀ ਫਰਕ ਪੈ ਗਿਆ ਵਾਕ ਦੇ ਵਿੱਚ। ਪਹਿਲਾਂ ਖੇਡੋ ਨਾ ਤੋਂ ਬਾਅਦ ਕੌਮਾ ਲੱਗਿਆ ਅਤੇ ਉਹਦਾ ਭਾਵ ਸੀਗਾ ਵੀ ਪੜ੍ਹਨ ਬਾਰੇ ਕਹਿ ਰਹੇ ਆ ਗੱਲਬਾਤ ਜਿਹੜੀ ਵਾਕ ਦੇ ਵਿੱਚ ਸਾਨੂੰ ਪਤਾ ਲੱਗਦਾ। ਅਤੇ ਦੂਸਰੇ ਦੇ ਵਿੱਚ ਉਹਨੇ ਲਿਖਿਆ ਖੇਡੋ ਕੌਮਾ, ਖੇਡੋ ਤੋਂ ਬਾਅਦ ਉਹਨੇ ਕੌਮਾ ਲਗਾਇਆ, ਕੌਮਾ ਲਗਵਾਉਣ ਤੋਂ ਨਾ ਪੜ੍ਹੋ, ਭਾਵ ਉਹ ਕਹਿ ਰਿਹਾ ਵੀ ਖੇਡੋ, ਪੜ੍ਹਨਾ ਨਹੀਂ, ਤੁਸੀਂ ਖੇਡਣਾ। ਪਹਿਲੇ ਵਿੱਚ ਉਹ ਕਹਿ ਰਿਹਾ ਗਾ ਵੀ ਖੇਡੋ ਨਾ ਪੜ੍ਹੋ, ਵੀ ਪਹਿਲੇ ਵਾਕ 'ਚ ਕਹਿ ਰਿਹਾ ਪੜ੍ਹੋ। ਇਹ ਵਿਸ਼ਰਾਮ ਚਿੰਨ੍ਹ ਦੇ ਲੱਗਣ ਨਾਲ ਹੀ ਵਾਕ ਦਾ ਪੂਰਾ ਅਰਥ ਜੋ ਹੈ ਨਾ ਉਹ ਬਦਲ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਕਿਹੜੇ ਕਿਹੜੇ ਵਿਸ਼ਰਾਮ ਚਿੰਨ੍ਹ ਵਰਤਦੇ ਹਾਂ ਅਸੀਂ ਉਹਨਾਂ ਦੀ ਗੱਲ ਕਰਾਂਗੇ। ਇਕੱਲੇ ਵਿਸ਼ਰਾਮ ਚਿੰਨ੍ਹ ਨੂੰ ਅਸੀਂ ਐਕਸਪਲੇਨ ਕਰਾਂਗੇ। ਵਿਸ਼ਰਾਮ ਚਿੰਨ੍ਹ ਦਾ ਪਹਿਲਾ ਵਿਸ਼ਰਾਮ ਚਿੰਨ੍ਹ ਹੈ ਡੰਡੀ ਜਾਂ ਪੂਰਨ ਵਿਸ਼ਰਾਮ। ਦੂਸਰਾ ਵਿਸ਼ਰਾਮ ਚਿੰਨ੍ਹ ਪ੍ਰਸ਼ਨ ਚਿੰਨ੍ਹ। ਪਹਿਲਾ ਡੰਡੀ ਜਾਂ ਪੂਰਨ ਵਿਸ਼ਰਾਮ, ਦੂਸਰਾ ਵਿਸ਼ਰਾਮ ਚਿੰਨ੍ਹ, ਤੀਸਰਾ ਕੌਮਾ। ਪਹਿਲਾ ਡੰਡੀ, ਦੂਸਰਾ ਪ੍ਰਸ਼ਨ ਚਿੰਨ੍ਹ, ਤੀਸਰਾ ਵਿਸ਼ਰਾਮ ਚਿੰਨ੍ਹ, ਚੌਥਾ ਕੌਮਾ, ਪੰਜਵਾਂ ਅਰਧ ਵਿਸ਼ਰਾਮ, ਛੇਵਾਂ ਦਵਿੰਦੀ ਜਾਂ ਕੌਲਮ, ਸੱਤਵਾਂ ਡੈਸ਼, ਅੱਠਵਾਂ ਦਵਿੰਦੀ ਡੈਸ਼, ਨੌਵਾਂ ਪੁੱਠੇ ਕੌਮੇ ਇਨਵਰਟਡ ਕੌਮੇ ਕਿਹਾ ਜਾਂਦਾ, 9 ਦੇ ਜੋੜਨੀ ਤੋਂ ਬਾਅਦ ਅਸੀਂ ਪੜ੍ਹਾਂਗੇ ਬ੍ਰੈਕਟ ਕਿੱਥੇ ਲੱਗਦੇ, ਕਿਉਂ ਲੱਗਦੇ ਆ, ਉਸ ਤੋਂ ਛੁੱਟ ਮਰੋੜੀ, ਬਿੰਦੀ। ਤਾਂ ਜੋ ਇਹ ਚੀਜ਼ਾਂ ਅਸੀਂ ਪੜ੍ਹ ਚੁੱਕੇ ਹਾਂ ਅਤੇ ਇਹਨਾਂ ਦੀ ਅਸੀਂ ਇਕੱਲੀ ਦੀ ਐਕਸਪਲੇਨ ਕਰਾਂਗੇ ਵੀ ਡੰਡੀ ਕਿੱਥੇ ਲੱਗਣੀ ਆ,
ਵਿਸਮਕ ਚਿੰਨ੍ਹ ਕਿੱਥੇ ਲੱਗਣਾ, ਕੌਮਾ ਕਿੱਥੇ ਲੱਗਣਾ, ਦਵਿੰਦੀ ਕਾਲਮ ਕਿੱਥੇ ਲੱਗਣਾ, ਡੈਸ਼ ਕਿੱਥੇ ਲੱਗਣਾ, ਅਤੇ ਪੁੱਠੇ ਕੌਮੇ, ਜੋੜਨੀ, ਬ੍ਰੈਕਟ। ਅਤੇ ਜੋ ਪਿੱਛੇ 2021 ਦੇ ਵਿੱਚ ਲਾਸਟ ਈਅਰ ਦੇ ਵਿੱਚ ਅਗਸਤ ਦੇ ਵਿੱਚ ਜੋ ਪਟਵਾਰੀ ਦਾ ਪੇਪਰ ਹੋਇਆ ਸੀ, ਉਹਦੇ 'ਚ ਕੁਐਸਚਨ ਆਇਆ ਸੀ ਛੁੱਟ ਮਰੋੜੀ, ਦਵਿੰਦੀ, ਡੈਸ਼। ਇਹਨਾਂ ਦੇ ਵਿੱਚੋਂ ਦੋ ਤੋਂ ਤਿੰਨ ਕੁਐਸਚਨ ਆਏ ਸੀ ਪ੍ਰੀਵੀਅਸ ਈਅਰ ਦੇ ਵਿੱਚ। ਇਹ ਕਾਫੀ ਇੰਪੋਰਟੈਂਟ ਨੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਤਾਂ ਅਸੀਂ ਅੱਗੇ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਪੜ੍ਹਾਂਗੇ ਡੰਡੀ ਬਾਰੇ। ਡੰਡੀ ਜਾਂ ਪੂਰਨ ਵਿਸ਼ਰਾਮ। ਡੰਡੀ ਅਤੇ ਪੂਰਨ ਵਿਸ਼ਰਾਮ ਕਿੱਥੇ ਵਰਤੇ ਜਾਂਦੇ ਆ? ਡੰਡੀ ਜਾਂ ਪੂਰਨ ਵਿਸ਼ਰਾਮ ਇਹ ਚਿੰਨ੍ਹ ਜਿਹੜੇ ਸਧਾਰਨ ਵਾਕ ਦੇ ਅੰਤ 'ਚ ਲੱਗਦਾ ਹੈ, ਵਾਕ ਦੇ ਪੂਰਾ ਹੋਣ ਨੂੰ ਦਰਸਾਉਂਦਾ। ਇਹ ਵਾਕ ਦੇ ਪੂਰਾ ਹੋਣ ਨੂੰ ਕੀ ਹੈ? ਇਹ ਦਰਸਾਉਂਦਾ ਹੈ ਵੀ ਵਾਕ ਹੈ ਜੋ ਉਹ ਪੂਰਾ ਹੋ ਚੁੱਕਿਆ ਹੈ। ਵਾਕ ਦੇ ਪੂਰਾ ਹੋਣ ਨੂੰ ਕੀ ਹੈ? ਇਹ ਵਾਕ ਦੇ ਪੂਰਾ ਹੋਣ ਨੂੰ ਦਰਸਾਉਂਦਾ ਹੈ। ਉਦਾਹਰਣ ਕੀ ਹੈ ਜੀ? ਅਸੀਂ ਸਕੂਲ ਜਾ ਰਹੇ ਹਾਂ। ਉਦਾਹਰਣ ਦੂਜੀ ਕੀ ਆ? ਰਾਮ ਬਾਜ਼ਾਰ ਗਿਆ ਸੀ। ਤਾਂ ਡੰਡੀ ਜਾਂ ਪੂਰਨ ਵਿਸ਼ਰਾਮ ਸਭ ਤੋਂ ਪਹਿਲਾਂ ਕਿੱਥੇ ਲੱਗੇਗਾ? ਅਸੀਂ ਸਕੂਲ ਜਾ ਰਹੇ ਦੇ ਅੰਤ ਦੇ ਵਿੱਚ, ਪੂਰਾ ਹੋਣ 'ਤੇ। ਜਦੋਂ ਵਾਕ ਕੋਈ ਵੀ ਵਾਕ ਆ ਉਹ ਜਦੋਂ ਪੂਰਾ ਹੋ ਗਿਆ ਉਹਦੇ ਐਂਡ ਦੇ ਵਿੱਚ ਡੰਡੀ ਲੱਗਣਾ ਨੂੰ ਪੂਰਨ ਵਿਸ਼ਰਾਮ ਕਿਹਾ ਜਾਂਦਾ ਹੈ। ਪ੍ਰਸ਼ਨ ਚਿੰਨ੍ਹ। ਪ੍ਰਸ਼ਨ ਚਿੰਨ੍ਹ ਕਿੱਥੇ ਲੱਗਦਾ? ਸਾਈਨ ਆਫ ਇੰਟਰੋਗੇਸ਼ਨ, ਸਵਾਲੀਆ ਨਿਸ਼ਾਨ ਜਿਹਨੂੰ ਕਹਿੰਦੇ। ਸਵਾਲੀਆ ਵਾਕ ਦੇ ਅੰਤ ਦੇ ਵਿੱਚ ਪ੍ਰਸ਼ਨ ਚਿੰਨ੍ਹ ਆਉਂਦਾ ਹੈ, ਪਰ ਜੇ ਸਵਾਲੀਆ ਵਾਕ ਕਿਸੇ ਵਾਕ ਦੇ ਅਧੀਨ ਹੋਵੇ ਤਾਂ ਪੂਰਨ ਚਿੰਨ੍ਹ ਹੀ ਲੱਗਦਾ ਹੈ। ਹੁਣ ਕਹਿੰਦੇ ਸਵਾਲੀਆ ਨਿਸ਼ਾਨ ਹੈ ਜੋ ਪ੍ਰਸ਼ਨ ਚਿੰਨ੍ਹ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਪ੍ਰਸ਼ਨ ਚਿੰਨ੍ਹ ਦੇ ਅਧੀਨ ਹੋਵੇ ਜਾਂ ਪੂਰਨ ਵਿਸ਼ਰਾਮ ਲੱਗ ਜਾਂਦਾ, ਉੱਥੇ ਇਹ ਸਵਾਲੀਆ ਨਿਸ਼ਾਨ ਆਉਂਦਾ ਹੈ। ਪ੍ਰਸ਼ਨ ਚਿੰਨ੍ਹ ਜਿਹਨੂੰ ਕਹਿੰਦੇ ਹਾਂ, ਜਿਵੇਂ ਕਿ ਉਹਨੇ 'ਤੇ ਕੁਐਸਚਨ ਪੁੱਛਿਆ ਤੁਹਾਡਾ ਨਾਂ ਕੀ ਹੈ, ਜਿੱਥੇ ਖਤਮ ਹੋ ਗਿਆ ਹੈ ਤਾਂ ਉੱਥੇ ਕੀ ਆ? ਪ੍ਰਸ਼ਨ ਚਿੰਨ੍ਹ ਦੀ ਅਸੀਂ ਵਰਤੋਂ ਕਰਾਂਗੇ। ਉਸ ਤੋਂ ਬਾਅਦ ਦੂਜੀ ਉਦਾਹਰਨ ਕੀ ਆ? ਮੈਂ ਮਰ ਜਾਵਾਂ ਜਾਂ ਜੀਵਾਂ, ਇਸ ਨਾਲ ਤੈਨੂੰ ਕੀ। ਅਤੇ ਦੂਸਰੇ ਵਾਕ ਵਿੱਚ ਤੈਨੂੰ ਨਾਲ ਕੀ ਵਾਕ ਵਿੱਚ ਅਧੀਨ ਵਾਕ ਹੈ, ਇਸ ਲਈ ਇਸ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਚਿੰਨ੍ਹ ਲੱਗਿਆ ਹੋਇਆ ਹੈ। ਇਹ ਪੂਰਨ ਵਿਸ਼ਰਾਮ ਚਿੰਨ੍ਹ ਲੱਗਿਆ ਹੋਇਆ ਇਹਦੇ 'ਚ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨੰਬਰ 3 ਦੇ ਉੱਪਰ, ਵਿਸਮਕ ਚਿੰਨ੍ਹ। ਵਿਸਮਕ ਚਿੰਨ੍ਹ ਕੀ ਹੁੰਦਾ ਹੈ? ਇੱਕ ਲਾਈਨ ਖਿੱਚ ਕੇ ਉਹਦੇ ਨੀਚੇ ਕੀ ਹੈ ਵੀ ਇੱਕ ਬਿੰਦੀ ਲਗਾ ਦਿੰਦੇ ਨੇ, ਇਹ ਲਾਈਨ ਤੋਂ ਐਵੇਂ, ਇਹਨੂੰ ਕਹਿੰਦੇ ਨੇ ਵਿਸਮਕ ਚਿੰਨ੍ਹ। ਵਿਸਮਕ ਚਿੰਨ੍ਹ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਜਿਨ੍ਹਾਂ ਵਾਕਾਂ ਦੇ ਵਿੱਚ ਸੰਬੋਧਨ ਕਰਨ ਵੇਲੇ ਕਿਸੇ ਵਾਕ ਨੂੰ ਅਸੀਂ ਸੰਬੋਧਨ ਕਰਦੇ ਹਾਂ, ਬੋਲਦੇ ਹਾਂ, ਉਸ ਵੇਲੇ ਜਾਂ ਤਾਂ ਖੁਸ਼ੀ ਹੋਵੇ ਜਾਂ ਗਮੀ ਹੋਵੇ ਜਾਂ ਅਸੀਂ ਹੈਰਾਨੀ ਦਾ ਪ੍ਰਗਟਾਵਾ ਹੁੰਦਾ ਹੈ। ਖੁਸ਼ੀ, ਗਮੀ ਜਾਂ ਹੈਰਾਨੀ, ਉੱਥੇ ਵਿਸਮਕ ਚਿੰਨ੍ਹ ਲੱਗੇਗਾ। ਉਦਾਹਰਣ ਓਏ ਭਰਾਵਾ, ਜਿੱਥੇ ਕਿਹਾ ਉਹਨੇ ਓਏ ਭਰਾਵਾ ਤੂੰ ਜਿੱਤ ਗਿਆ, ਇੱਥੇ ਕੀ ਆ? ਇੱਥੇ ਵਿਸਮਕ ਚਿੰਨ੍ਹ ਲੱਗਿਆ। ਉਸ ਤੋਂ ਉਦਾਹਰਣ ਨੰਬਰ 2 ਦੇ ਵਿੱਚ ਵੀ ਦਿਖਾਇਆ ਗਿਆ ਹੈ ਮੈਂ ਪਾਸ ਹੋ ਗਿਆ। ਇਹ 'ਚ ਕੀ ਆ? ਉਹਨੇ ਹੈਰਾਨੀ ਪ੍ਰਗਟ ਕੀਤੀ। ਪਹਿਲੇ ਦੇ ਵਿੱਚ ਕੀ ਸੀਗਾ? ਓਏ ਭਰਾਵਾ ਤੂੰ ਜਿੱਤ ਗਿਆ, ਖੁਸ਼ੀ ਪ੍ਰਗਟ ਕੀਤੀ, ਮਤਲਬ ਉਹਦਾ ਜਿਹੜਾ ਭਾਵ ਸੀ ਉਹ ਪ੍ਰਗਟ ਹੋਇਆ, ਚਾਹੇ ਉਹ ਖੁਸ਼ੀ ਦਾ ਸੀ, ਚਾਹੇ ਉਹ ਗਮੀ ਦਾ ਸੀ ਜਾਂ ਹੈਰਾਨੀ ਦਾ ਸੀ। ਤਾਂ ਇਸ ਤੋਂ ਕੀ ਹੈ ਪਤਾ ਲੱਗਦਾ ਵੀ ਵਿਸਮਕ ਚਿੰਨ੍ਹ ਕਿੱਥੇ ਵਰਤਿਆ ਜਾਂਦਾ ਹੈ। ਨੰਬਰ 4 'ਤੇ ਅਸੀਂ ਗੱਲ ਕਰਾਂਗੇ ਕੌਮੇ ਦੀ। ਇਹ ਚਿੰਨ੍ਹ ਵਾਕ ਵਿੱਚ ਥੋੜ੍ਹਾ ਠਹਿਰਾਓ ਪ੍ਰਗਟ ਕਰਦਾ ਹੈ। ਇਹ ਵਾਕ ਨੂੰ ਕਈ ਭਾਗਾਂ ਵਿੱਚ ਵੰਡ ਦਿੰਦਾ ਹੈ। ਜਿੱਥੇ ਜਿੱਥੇ ਵਾਕ ਦੇ ਵਿੱਚ ਠਹਿਰਾਓ ਆਉਂਦਾ ਹੈ ਉੱਥੇ ਵਰਤਿਆ ਜਾਵੇਗਾ। ਜਿਵੇਂ ਉਦਾਹਰਣ ਨੰਬਰ 1 ਦੇ ਵਿੱਚ ਦਿਖਾਇਆ ਗਿਆ ਹੈ, ਸ਼ਾਮ ਬੜਾ ਕਮੀਨਾ, ਕੌਮਾ ਲਾਲਚੀ, ਕੌਮਾ ਬੇਈਮਾਨ ਅਤੇ ਗੈਰ ਜ਼ਿੰਮੇਵਾਰ ਲੜਕਾ ਹੈ। ਕੀ ਹੈ ਇੱਥੇ? ਇੱਕ ਸ਼ਬਦ ਕਮੀਨਾ ਬੋਲਣ ਤੋਂ ਫਿਰ ਠਹਿਰਾਓ, ਫਿਰ ਲਾਲਚੀ ਬੋਲਣ ਤੋਂ ਬਾਅਦ ਫਿਰ ਕੌਮਾ ਠਹਿਰਾਓ, ਫਿਰ ਬੇਈਮਾਨ ਤੋਂ ਬਾਅਦ ਵਾਕ ਪੂਰਾ ਹੋ ਜਾਂਦਾ ਹੈ ਅਤੇ ਐਂਡ 'ਤੇ ਇਹਦੇ ਚਿੰਨ੍ਹ ਲੱਗ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਉਦਾਹਰਣ 2 ਦੇ ਵਿੱਚ, ਰਾਮ ਉੱਠਿਆ, ਕੌਮਾ ਇਸ਼ਨਾਨ ਕੀਤਾ, ਕੌਮਾ ਕੱਪੜੇ ਬਦਲੇ ਅਤੇ ਸਕੂਲ ਚਲਾ ਗਿਆ। ਤਾਂ ਕਿ ਉਹਨੇ ਪਹਿਲਾਂ ਉੱਠਿਆ, ਉਹ ਫਿਰ ਉਹਨੇ ਇਸ਼ਨਾਨ ਕੀਤਾ, ਫਿਰ ਕੱਪੜੇ ਬਦਲੇ, 3 ਚੀਜ਼ਾਂ ਹੋਈਆਂ ਤਾਂ ਉਹ ਕੌਮੇ ਲੱਗੇ। ਉਹ ਕੌਮੇ ਦੀ ਵਰਤੋਂ ਇੱਥੇ ਕੀਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਰਧ ਵਿਸ਼ਰਾਮ। ਉਹ ਸੀ ਵਿਸ਼ਰਾਮ, ਇਹ ਅਰਧ ਵਿਸ਼ਰਾਮ। ਅਰਧ ਵਿਸ਼ਰਾਮ ਦੀ ਨਿਸ਼ਾਨੀ ਦੇਖੋ, ਅਰਧ ਵਿਸ਼ਰਾਮ ਦੀ ਨਿਸ਼ਾਨੀ ਇਹ ਹੈ ਕਿ ਇੱਕ ਲਗਾ ਕੇ ਉਸ ਤੋਂ ਬਾਅਦ ਇਹ ਕੌਮਾ ਲੱਗਦਾ ਹੈ, ਇਹਨੂੰ ਅਰਧ ਵਿਸ਼ਰਾਮ ਕਹਿੰਦੇ ਆ। ਕਾਫੀ ਵਾਰ ਇਹ ਤੁਸੀਂ ਅਗਰ ਨਾਵਲ ਪੜ੍ਹੋਗੇ ਪੰਜਾਬੀ ਦੇ ਵਿੱਚ ਤਾਂ ਉੱਥੇ ਇਹ ਅਰਧ ਵਿਸ਼ਰਾਮ ਲੱਗਿਆ ਹੁੰਦਾ ਹੈ ਕਾਫੀ ਚੀਜ਼ਾਂ ਦੇ ਵਿੱਚ। ਜਿੱਥੇ ਕਿਸੇ ਨਾਵਲ ਦੇ ਵਿੱਚ ਕੋਈ ਗੱਲ ਕਰ ਰਿਹਾ ਜਾਂ ਕੋਈ ਪੋਇਟਰੀ ਦੀ ਬੁੱਕ ਪੜ੍ਹੋਗੇ ਤੁਸੀਂ, ਪੋਇਮਾਂ ਕਵਿਤਾ ਪੜ੍ਹੋਗੇ ਪੰਜਾਬੀ ਦੇ ਵਿੱਚ, ਨਾਵਲ, ਕਵਿਤਾ, ਕਹਾਣੀ, ਉਹਨਾਂ ਦੇ ਵਿੱਚ ਕੀ ਆ? ਠਹਿਰਾਓ ਹੁੰਦਾ, ਅਰਧ ਵਿਸ਼ਰਾਮ ਹੁੰਦਾ ਜਾਂ ਕਿਤੇ ਦਵਿੰਦੀ ਕਾਲਮ ਲੱਗਿਆ ਹੁੰਦਾ ਹੈ। ਤਾਂ ਅਰਧ ਵਿਸ਼ਰਾਮ ਕਿੱਥੇ ਲੱਗਦਾ ਹੈ? ਇਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਜਦੋਂ ਵਾਕ ਵਿੱਚ ਕੌਮੇ ਨਾਲੋਂ ਜ਼ਿਆਦਾ ਠਹਿਰਾਓ ਦੀ ਲੋੜ ਹੋਵੇ। ਹੁਣ ਕੀ ਹੈ? ਕਹਿੰਦੇ ਵਾਕ ਦੇ ਵਿੱਚ ਕੌਮਿਆਂ ਦੀ ਲੋੜ ਨਹੀਂ, ਤਾਂ ਵਾਕ ਦੇ ਵਿੱਚ ਕੀ ਆ?
ਥੋੜ੍ਹਾ ਜ਼ਿਆਦਾ ਠਹਿਰਾਓ ਕਰਨਾ। ਕੌਮੇ 'ਚ ਕੀ ਥੋੜ੍ਹਾ ਠਹਿਰਾਓ ਸੀ, ਇਹਦੇ 'ਚ ਕੀ ਹੈ ਜ਼ਿਆਦਾ ਠਹਿਰਾਓ ਆ। ਜਿਵੇਂ ਉਦਾਹਰਨ ਤੋਂ ਪਤਾ ਲੱਗੇਗਾ ਤੁਹਾਨੂੰ, ਜਿਵੇਂ ਖਾਣਾ ਤਿਆਰ ਹੈ, ਠਹਿਰਾਓ ਆ ਗਿਆ, ਮੇਜ਼ 'ਤੇ ਲੱਗ ਚੁੱਕਾ ਹੈ, ਫਿਰ ਠਹਿਰਾਓ ਆਇਆ, ਬਸ ਤੁਹਾਡੀ ਉਡੀਕ ਹੈ। ਤਾਂ ਤੁਹਾਨੂੰ ਪਤਾ ਲੱਗਦਾ ਵੀ ਜਿੱਥੇ ਜ਼ਿਆਦਾ ਠਹਿਰਾਓ ਦੀ ਲੋੜ ਹੈ ਉੱਥੇ ਕੀ ਹੈ, ਅਰਧ ਵਿਸ਼ਰਾਮ ਵਰਤਿਆ ਜਾਂਦਾ। ਨੰਬਰ 6 'ਤੇ ਅਸੀਂ ਗੱਲ ਕਰਾਂਗੇ ਦਵਿੰਦੀ ਜਾਂ ਕੌਲਮ। ਦਵਿੰਦੀ ਕਹਿ ਲਓ ਜਾਂ ਕੌਲਮ ਕਹਿ ਲਓ। ਦਵਿੰਦੀ ਮਤਲਬ ਦੋ ਬਿੰਦੀਆਂ, ਇੱਥੇ ਉੱਪਰ ਇੱਕ ਸੀ, ਇੱਥੇ ਦੋ ਬਿੰਦੀਆਂ, ਦੋ ਬਿੰਦੀਆਂ ਜਾਂ ਕੌਲਨ, ਜਾਂ ਕੌਲਨ ਵੀ ਤੁਸੀਂ ਕਹਿ ਸਕਦੇ ਹੋ ਜਾਂ ਦੋ ਬਿੰਦੀਆਂ ਕਹਿ ਸਕਦੇ ਹੋ। ਵੈਸੇ ਦੋ ਬਿੰਦੀਆਂ ਹੀ ਪੰਜਾਬੀ ਵਿੱਚ ਜ਼ਿਆਦਾ। ਜਦੋਂ ਵਾਕ ਦੇ ਦੋ ਹਿੱਸੇ ਹੋਣ ਤੋਂ ਪਹਿਲਾਂ ਆਪਣੇ ਆਪ ਵਿੱਚ ਪੂਰਾ ਹੋਵੇ ਅਤੇ ਦੂਸਰਾ ਉਸ ਦੀ ਪ੍ਰੋੜਤਾ ਕਰੇ, ਜਾਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ, ਇੱਥੇ ਗਲਤ ਟਾਈਪ ਹੋਇਆ ਅੱਖਰ, ਪੂਰੇ ਲਿਖਣੇ ਹੋਣ, ਇੱਥੇ ਕੀ ਆਊਗਾ ਅੱਖਰ ਪੂਰੇ, ਪੂਰੇ ਆਊਗਾ ਅੱਖਰ ਪੂਰੇ ਲਿਖਣੇ ਹੋਣ, ਜਾਂ ਦਵਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਕਿੱਥੇ ਕੀਤੀ ਜਾਂਦੀ ਹੈ ਵਾਕ 'ਚ, ਵੀ ਆਪਣੇ ਆਪ ਵਿੱਚ ਪੂਰਾ ਹੋਵੇ ਜਾਂ ਦੂਸਰੇ ਦੀ ਉਹ ਗੱਲਬਾਤ ਕਰ ਰਿਹਾ ਹੈ। ਦੋ ਵਾਕ ਨੇ। ਉਦਾਹਰਨ 'ਚ ਤੁਸੀਂ ਦੇਖ ਸਕਦੇ ਹੋ, ਜਿਵੇਂ ਰਣਜੀਤ ਇੱਕ ਮਹਾਨ ਯੋਧਾ ਸੀ, ਫਿਰ ਉਹਨੇ ਦਵਿੰਦੀ ਲਾਏ, ਵੱਡੇ ਵੱਡੇ ਰਾਜੇ ਉਸ ਦੀ ਕਦਰ ਕਰਦੇ ਸਨ। ਦੋ ਵਾਕ ਨੇ ਤਾਂ ਉਹ ਕੁਛ ਠਹਿਰਾਓ ਆ, ਉਹ ਪੂਰਾ ਹੋਣ ਤੋਂ ਪਹਿਲਾਂ ਦਵਿੰਦੀ ਲੱਗ ਗਈ। ਉਦਾਹਰਨ ਨੰਬਰ 2 'ਚ ਵੀ ਦੇਖ ਸਕਦੇ ਹੋ, ਜਿਵੇਂ ਪ੍ਰਿੰਸੀਪਲ, ਸਰਦਾਰ, ਗਿਆਨੀ ਆਦਿ, ਇੱਥੇ ਕੌਲਮ ਲਿਖੇ ਹੋਏ ਨੇ। ਕਈ ਵਾਰੀ ਤੁਸੀਂ ਦੇਖਿਆ ਹੋਊ ਵੀ ਸ਼ਾਰਟਕਟ ਦੇ ਵਿੱਚ ਗਿਆਨੀ ਗੱਗੇ ਨੂੰ ਸਿਹਾਰੀ ਪਾ ਕੇ ਬਿੰਦੀ ਲਾ ਦਿੰਦੇ ਨੇ, ਉਹਦਾ ਮਤਲਬ ਗਿਆਨੀ, ਸੱਸਾ ਪਾ ਕੇ ਬਿੰਦੀ ਸਰਦਾਰ, ਦੋ ਬਿੰਦੀਆਂ ਲਾਉਂਦੇ ਨੇ। ਉਹ ਕੀ ਹੈ, ਉਹ ਪੂਰਾ ਹੋਣ ਤੋਂ ਪਹਿਲਾਂ ਉਹਦੀ ਵਾਕ ਬਾਰੇ ਦੱਸਦਾ ਹੈ ਵੀ ਉਹਦਾ ਕੀ ਅਰਥ ਹੈ। ਤਾਂ ਉਸ ਤੋਂ ਬਾਅਦ ਨੰਬਰ 7 ਦੇ ਉੱਪਰ ਕੀ ਆ ਜਾਂਦਾ ਹੈ, ਡੈਸ਼। ਡੈਸ਼ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਡੈਸ਼ ਜਦੋਂ ਕਿਸੇ ਦੀ ਆਖੀ ਗੱਲ ਨੂੰ ਹੂ ਦੱਸਣਾ ਹੋਵੇ। ਡੈਸ਼ ਕਿੱਥੇ ਆਉਂਦੀ ਹੈ? ਜਿੱਥੇ ਕਿਸੇ ਦੀ ਗੱਲ ਨੂੰ ਹੂ ਦੱਸਣਾ ਹੋਵੇ। ਅੱਖਰ ਲਿਖਣ ਤੋਂ ਬਾਅਦ ਆਹ ਡੈਸ਼ ਦਾ ਨਿਸ਼ਾਨੀ ਆ। ਉਦਾਹਰਨ 1 ਨੰਬਰ ਤੁਸੀਂ ਦੇਖਦੇ ਹੋ, ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਕਿਹਾ ਤੋਂ ਬਾਅਦ ਕੀ ਆ? ਡੈਸ਼। ਉਦਾਹਰਨ ਨੰਬਰ 2 'ਚ ਵੀ ਦੇਖ ਸਕਦੇ ਹੋ, ਮਾਸਟਰ ਜੀ ਨੇ ਕਿਹਾ, ਸਾਰੇ ਖੜ੍ਹੇ ਹੋ ਜਾਓ। ਮਾਸਟਰ ਜੀ ਨੇ ਕਿਹਾ, ਸਾਰੇ ਖੜ੍ਹੇ ਹੋ ਜਾਓ, ਡੈਸ਼। ਉਸ ਤੋਂ ਬਾਅਦ ਆ ਜਾਂਦਾ ਨੰਬਰ 8 'ਤੇ ਦਵਿੰਦੀ ਡੈਸ਼। ਹੁਣ ਦੋ ਬਿੰਦੀ ਡੈਸ਼ ਕਿੱਥੇ ਪੈਂਦੀ ਆ? ਦੋ ਬਿੰਦੀਆਂ ਲੱਗੀਆਂ ਅਤੇ ਉਸ ਤੋਂ ਬਾਅਦ ਡੈਸ਼ ਪਈ। ਦੋ ਬਿੰਦੀਆਂ ਲੱਗੀਆਂ ਫਿਰ ਡੈਸ਼ ਕਿੱਥੇ ਪੈਂਦੀ ਆ? ਜਦੋਂ ਉਦਾਹਰਨ ਦੇਣ ਸਮੇਂ ਕਿਸੇ ਚੀਜ਼ ਦਾ ਵੇਰਵਾ ਦੇਣ ਲੱਗਦੀ ਹੈ, ਜਿਵੇਂ ਦੱਸਣਾ ਹੋਵੇ ਹੇਠ ਲਿਖਿਆ ਸਮਾਨ ਭੇਜ ਦੇਵੋ, ਜੇ ਭੇਜਿਆ ਜਾਵੇ ਇੱਕ ਸੂਟਕੇਸ, ਵੀ ਆਹ ਚੀਜ਼ ਕੀਤੀ ਜਾਵੇ। ਜਾਂ ਉਦਾਹਰਨ ਦੇ ਤੌਰ 'ਤੇ ਜਿਵੇਂ ਉਹ ਸਕੂਲ ਜਾਂਦੇ, ਜਿਵੇਂ ਉਹ ਕੀ ਹੈ, ਮਤਲਬ ਦੋ ਬਿੰਦੀ ਡੈਸ਼ ਲਾ ਕੇ ਉਸ ਚੀਜ਼ ਨੂੰ ਲਿਖਣ ਦੇ ਲਈ ਦੋ ਬਿੰਦੀ ਅਤੇ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਚੀਜ਼ ਦਾ ਵੇਰਵਾ ਦੇਣਾ ਹੋਵੇ, ਕੋਈ ਐਗਜ਼ਾਮਪਲ ਉਦਾਹਰਨ ਦੇਣੀ ਹੈ, ਜਾਂ ਕਿਸੇ ਚੀਜ਼ ਬਾਰੇ ਦੱਸਣਾ ਹੈ ਵੀ ਇਹ ਚੀਜ਼ਾਂ ਨੇ, ਤਾਂ ਕੀ ਆ ਉਦੋਂ ਇਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਦਵਿੰਦੀ ਡੈਸ਼ ਦੀ। ਉਦਾਹਰਨ ਨੰਬਰ 2 ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਗੁਰੂ ਜੀ ਨੇ ਆਪਣੇ ਉਦੇਸ਼ ਵਿੱਚ ਧਰਮ ਬਾਰੇ ਬਹੁਤ ਕੁਝ ਕਿਹਾ, ਜਿਵੇਂ ਸਭ ਧਰਮ ਬਰਾਬਰ ਹਨ ਅਤੇ ਪਰਮਾਤਮਾ ਇੱਕ ਹੈ। ਇੱਥੇ ਕੀ ਆ? ਗੁਰੂ ਜੀ ਨੇ ਆਪਣੇ ਦੇਸ਼ ਵਿੱਚ ਕਿਹਾ, ਸਭ ਧਰਮ ਬਰਾਬਰ ਹਨ ਅਤੇ ਪਰਮਾਤਮਾ ਇੱਕ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨੰਬਰ 9 ਦੇ ਉੱਪਰ, ਪੁੱਠੇ ਕੌਮੇ। ਪੁੱਠੇ ਕੌਮੇ ਕੀ ਹੁੰਦੇ ਹਨ ਪੰਜਾਬੀ ਦੇ ਵਿੱਚ? ਪੁੱਠੇ ਕੌਮੇ ਇਹਦੀ ਅੱਗੇ ਟਾਈਪ ਆ ਜਾਊਗੀ ਇਕਹਿਰੇ ਕੌਮੇ। ਇੱਕ ਪੁੱਠੇ ਕੌਮੇ ਦੋ ਤਰ੍ਹਾਂ ਦੇ ਨੇ, ਇੱਕ ਇਕਹਿਰੇ ਪੁੱਠੇ ਕੌਮੇ ਹੁੰਦੇ ਨੇ, ਸਿੰਗਲ, ਇੱਕ ਕੌਮਾ ਲੱਗਿਆ ਅਤੇ ਇੱਕ ਲਾਸਟ 'ਚ ਲੱਗਿਆ, ਇੱਕ ਫਰੰਟ 'ਤੇ ਲੱਗਿਆ, ਇੱਕ ਲਾਸਟ 'ਤੇ ਲੱਗਿਆ। ਅਗਰ ਤੁਸੀਂ ਇਹਨੂੰ ਨਹੀਂ ਯਾਦ ਰੱਖ ਸਕਦੇ, ਮੂਹਰੇ 6 ਪਾਓ, ਪਿੱਛੇ 9 ਪਾਓ, ਇਹਦਾ ਤੁਹਾਨੂੰ ਯਾਦ ਰਹਿ ਜਾਏਗਾ। ਇਕਹਿਰੇ ਕੌਮੇ ਜਦੋਂ ਵਾਕ ਕਿਸੇ ਖਾਸ ਸ਼ਬਦ ਦੇ ਧਿਆਨ ਨੂੰ ਦਬਾਉਣਾ ਹੋਵੇ, ਜਾਂ ਕਿਸੇ ਨਾਮ ਜਾਂ ਉਪਨਾਮ, ਨਾਮ ਲਿਖਣਾ ਹੋਵੇ ਜਾਂ ਉਪਨਾਮ ਲਿਖਣਾ ਹੋਵੇ, ਕੋਈ ਖਾਸ ਨਾਮ ਹੋਵੇ, ਠੀਕ ਆ, ਉੱਥੋਂ ਕੀ ਆ ਸਿੰਗਲ ਕੌਮੇ ਵਰਤੇ ਜਾਂਦੇ ਨੇ, ਜਿਹਨੂੰ ਇਕਹਿਰੇ ਕੌਮੇ ਕਹਿੰਦੇ ਆ। ਜਿਵੇਂ ਕਿ ਸਰਦਾਰ, ਵਾਕ 'ਚ ਦੇ ਸਰਦਾਰ ਕਰਤਾਰ ਸਿੰਘ ਦੁੱਗਲ, ਦੁੱਗਲ ਦੀ ਪਹਿਲੀ ਕਹਾਣੀ, ਇਹਨੂੰ ਕੀ ਆ ਸਿੰਗਲ ਕੌਮਿਆਂ 'ਚ ਲਿੱਤਾ ਗਿਆ। ਸਵੇਰ ਸਾਰ ਹੀ ਉਸ ਨੂੰ ਮਸ਼ਹੂਰ ਕਰ ਦਿੱਤਾ, ਪਹਿਲਾ ਇੱਕ ਕੌਮਾ, ਫਿਰ ਲਾਸਟ 'ਤੇ ਕੌਮਾ, ਵਾਕ ਪੂਰਾ ਹੋਣ 'ਤੇ। ਦੂਸਰਾ ਕੀ ਹੈ ਉਦਾਹਰਨ 2 'ਚ, ਅਜੀਤ ਇੱਕ ਚੰਗਾ ਅਖਬਾਰ। ਅਜੀਤ ਕੀ ਇੱਕ ਸਪੈਸੀਫਿਕ ਚੀਜ਼ ਹੈ, ਅਖਬਾਰ, ਉਹ ਸਭ ਨੂੰ ਪਤਾ ਹੈ, ਤਾਂ ਕੀ ਹੈ ਉਹ ਅਜੀਤ ਨੂੰ ਕੀ ਹੈ ਕੌਮਿਆਂ ਦੇ ਵਿੱਚ ਲਿੱਤਾ ਗਿਆ, ਕਿਉਂ? ਖਾਸ ਧਿਆਨ ਦਿਵਾਉਣ ਵਾਸਤੇ ਹੈ ਵੀ ਇੱਕ ਖਾਸ ਚੀਜ਼ ਹੈ, ਇਹ ਕੋਈ ਜਗ੍ਹਾ ਹੈ, ਚੀਜ਼ ਹੈ, ਉਸ ਦਾ ਉਦਾਹਰਨ। ਉਸ ਤੋਂ ਬਾਅਦ ਗੱਲ ਕਰਾਂਗੇ ਦੂਹਰੇ ਪੁੱਠੇ ਕੌਮੇ। ਹੁਣ ਆ ਗਏ ਦੂਹਰੇ ਪੁੱਠੇ ਕੌਮੇ, ਦੂਹਰੇ ਪੁੱਠੇ ਕੌਮੇ ਆ ਗਏ। ਦੂਹਰੇ ਪੁੱਠੇ ਕੌਮੇ ਕਿਸੇ ਵਾਕ ਦੀ ਕਹੀ ਗੱਲ ਨੂੰ ਹੂ ਦੱਸਿਆ ਜਾਵੇ ਤਾਂ ਦੂਹਰੇ ਪੁੱਠੇ ਕੌਮੇ ਵਰਤੇ ਜਾਂਦੇ ਨੇ। ਜਿਸ ਤਰ੍ਹਾਂ ਉਦਾਹਰਨ ਨੰਬਰ 1 'ਚ ਦੇਖ ਸਕਦੇ ਹੋ, ਰਾਮ ਨੇ ਕਿਹਾ, ਮੈਂ ਜ਼ਰੂਰ
ਸਕੂਲ ਜਾਵਾਂਗਾ, ਜ਼ਰੂਰ ਸਕੂਲ ਜਾਵਾਂਗਾ ਕੀ ਆ, ਇੱਥੇ ਪੁੱਠੇ ਕੌਮੇ ਲੱਗੇ ਹਨ ਦੂਰੇ। ਇਹ ਦੋ ਤਰ੍ਹਾਂ ਦੇ ਨੇ ਹਨ ਪੁੱਠੇ ਕੌਮੇ, ਇਕਹਿਰੇ ਪੁੱਠੇ ਕੌਮੇ ਆ ਗਏ ਪਹਿਲੇ, ਫਿਰ ਆ ਗਏ ਦੂਰੇ ਪੁੱਠੇ ਕੌਮੇ। ਉਸ ਤੋਂ ਬਾਅਦ ਕੀ ਆ, ਨੰਬਰ 10 ਦੇ ਉੱਪਰ ਆ ਗਈ ਜੋੜਨੀ। ਹੁਣ ਨੰਬਰ 10 ਦੇ ਉੱਪਰ ਅਸੀਂ ਗੱਲ ਕਰਾਂਗੇ ਜੋੜਨੀ ਕੀ ਹੈ। ਜੋੜਨੀ ਲਿਖਣ ਵੇਲੇ ਜਦੋਂ ਕੋਈ ਵੀ ਲਾਈਨ ਹੈ ਉਹਦੇ ਅੰਤ ਦੇ ਵਿੱਚ ਥੋੜ੍ਹਾ ਥਾਂ ਰਹਿ ਜਾਂਦੀ ਆ, ਤਾਂ ਉਹਦੇ ਕਰਕੇ ਜਿਹੜਾ ਸ਼ਬਦ ਹੈ ਉਹ ਅੱਖਰ ਤਾਂ ਲਿਖੇ ਜਾਂਦੇ ਨੇ, ਪਰ ਜਿਹੜੀ ਦੂਜੀ ਉਸ ਤੋਂ ਬਾਅਦ ਲਾਈਨ ਆ ਜਾਂ ਸਤਰ ਹੈ ਉਹਦੇ ਵਿੱਚ ਆਉਣ ਤਾਂ ਸ਼ਬਦਾਂ ਨੂੰ ਜੋੜਨ ਵਾਸਤੇ ਜੋੜਨੀ ਵਰਤੀ ਜਾਂਦੀ ਹੈ। ਮਤਲਬ ਅੰਨ ਪਾਣੀ ਅਤੇ ਇਹਨਾਂ ਦੇ ਵਿੱਚ ਵੀ ਜੰਗਬੰਦੀ, ਲੋਕ ਰਾਜ, ਕਾਰ ਵਿਹਾਰ, ਨੇੜੇ ਤੇੜੇ, ਮੰਦਾ ਚੰਗਾ ਮੰਦਾ, ਤਾਂ ਕੀ ਹੈ ਇਹ ਸ਼ਬਦਾਂ ਨੂੰ ਜੋੜਨ ਲਈ ਵਰਤੀ ਜਾਂਦੀ ਹੈ। ਜੋੜਨੀ ਸਮਾਸੀ ਸ਼ਬਦਾਂ ਵਿਚਕਾਰ ਜੋੜਨੀ ਵਰਤੀ ਜਾਂਦੀ ਹੈ। ਸਮਾਸੀ ਸ਼ਬਦ ਕਿਹੜੇ, ਜਿਵੇਂ ਜੰਗਬੰਦੀ ਆ ਗਿਆ, ਲੋਕ ਰਾਜ ਆ ਗਿਆ। ਇੱਕ ਹੀ ਅਰਥ ਵਾਲੇ ਸ਼ਬਦਾਂ ਦੇ ਨਾਲ ਨਾਲ ਆਉਣ ਵੇਲੇ ਉਹਨਾਂ ਦੇ ਵਿਚਕਾਰ ਜੋੜਨੀ ਪਾਈ ਜਾਂਦੀ ਹੈ, ਜਿਵੇਂ ਇੱਕ ਤਰ੍ਹਾਂ ਦੇ ਕਾਰ ਵਿਹਾਰ, ਨਾਲ ਨਾਲ, ਪਾਣੀ ਪਾਣੀ, ਅੰਗ ਸੰਗ, ਨੇੜੇ ਤੇੜੇ। ਇਹ ਕੀ ਹੈ, ਇਹਦੀਆਂ ਐਗਜ਼ਾਮਪਲਾਂ ਨੇ। ਵਿਰੋਧੀ ਸ਼ਬਦਾਂ ਦੇ ਵਿੱਚ ਕਿਵੇਂ ਆ ਇਹ, ਉਹਨਾਂ 'ਚ ਵੀ ਜੋੜਨੀ ਪਾਈ ਜਾਂਦੀ, ਜਿਵੇਂ ਸੁੱਖ ਦੁੱਖ ਹੋ ਗਿਆ, ਚੰਗਾ ਮੰਦਾ ਹੋ ਗਿਆ, ਬੰਦਾ ਕੁਬੰਦਾ ਹੋ ਗਿਆ, ਨਿੱਕਾ ਮੋਟਾ। ਇਹ ਕੀ ਇਹਦੀ ਐਗਜ਼ਾਮਪਲਾਂ ਨੇ, ਜੋੜਨੀ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨੰਬਰ 11 ਦੇ ਉੱਪਰ ਕੀ ਹੈ, ਬਰੈਕਟ। ਬਰੈਕਟ ਕਿੱਥੇ ਵਰਤੀ ਜਾਂਦੀ ਹੈ, ਨਾਟਕ ਦੇ ਕਿਸੇ ਪਾਤਰ ਦਾ ਹੁਲੀਆ ਜਾਂ ਉਸਦੇ ਭਾਵ ਸਮਝਾਉਣ ਲਈ ਵਰਤਿਆ ਜਾਂਦਾ ਹੈ। ਨਾਟਕਾਂ ਦਾ ਹੁਲੀਆ, ਜੋ ਪਾਤਰ ਨੇ ਉਹਦੇ 'ਚ ਕਰੈਕਟਰ ਕੰਮ ਕਰਦੇ ਨੇ ਕਿਸੇ ਨਾਟਕ ਦੇ ਵਿੱਚ, ਉਹਨਾਂ ਦਾ ਹੁਲੀਆ ਜਾਂ ਉਹਨਾਂ ਦੇ ਫੇਸ ਇੰਪਰੈਸ਼ਨ ਭਾਵ ਕੀ ਨੇ ਉਹ ਸਮਝਾਉਣ ਲਈ ਵਰਤਿਆ। ਜਿਵੇਂ ਰਾਮ 74 ਮਾਰ ਕੇ ਹਾਏ ਮੇਰਾ ਕੱਖ ਨਾ ਰਿਹਾ। ਵਾਕ ਦੇ ਵਿੱਚ ਹਾਏ ਆਏ ਕਿਸੇ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ ਵਰਤਿਆ ਜਾਂਦਾ ਹੈ। ਉਦਾਹਰਨ ਨੰਬਰ 1 'ਚ ਕੀ ਆ, ਇਹ DC ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈ। ਰਾਜ ਪ੍ਰਬੰਧ ਯਾਨੀ ਕਿ ਪ੍ਰਸ਼ਾਸਨ ਦਾ ਆਵਾ ਗਿਆ। ਜਦੋਂ ਕਿਸੇ ਵਿਚਕਾਰ ਕੁਝ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਵਿਚਾਰ ਨੂੰ, ਜਦੋਂ ਕਿਸੇ ਵਿਚਾਰ ਨੂੰ ਹੈ ਨਾ ਉਹ ਕੁਝ ਹਿੱਸਿਆਂ 'ਚ ਅਸੀਂ ਵੰਡ ਦਿੰਦੇ ਹਾਂ, ਤਾਂ ਕੀ ਹੁੰਦਾ ਹੈ, ਉਹਨਾਂ ਲਈ ਲਿਖੇ ਅੰਕਾਂ ਦੇ ਅੱਖਰਾਂ ਨੂੰ ਬਰੈਕਟਾਂ ਵਿੱਚ ਲਿਖਿਆ ਜਾਂਦਾ ਹੈ। ਇਹ ਜੋ ਤੁਸੀਂ ਦੇਖ ਰਹੇ ਹੋ ਉਹਦੇ ਅੱਖਰਾਂ ਨੂੰ ਅਸੀਂ ਬਰੈਕਟਾਂ ਦੇ ਵਿੱਚ ਲਿਖਦੇ ਹਾਂ। ਉਦਾਹਰਨ ਦੇ ਤੌਰ 'ਤੇ ਜਿਵੇਂ 1 1 2 3 ਅਤੇ ਊੜੇ ਨੂੰ ਔਂਕੜ, ਕੀ ਹੈ ਇਹ ਬਰੈਕਟਾਂ ਦੇ ਵਿੱਚ ਅਸੀਂ ਲਿਖ ਦਿੰਦੇ ਹਾਂ। ਉਸ ਤੋਂ ਬਾਅਦ 12 ਨੰਬਰ ਦੇ ਵਿੱਚ ਆ ਜਾਂਦਾ ਹੈ ਛੁੱਟ ਮਰੋੜੀ। ਛੁੱਟ ਮਰੋੜੀ ਕੀ ਹੈ, ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨ ਲਈ ਛੁੱਟ ਮਰੋੜੀ ਵਰਤੀ। ਵਾਕ ਦਾ ਕੋਈ ਛੱਡੀ ਹੋਈ ਚੀਜ਼ ਹੁੰਦੀ ਹੈ, ਜਿਵੇਂ ਕਿਤੇ ਵੀ ਤੁਸੀਂ ਦੇਖੋਗੇ ਤੇ ਪਾ ਕੇ ਐਵੇਂ ਲਿਖ ਦਿੰਦੇ ਆ, ਜਾਂ ਚੱਚਾ ਪਾ ਕੇ, ਚੱਚਾ ਪਾਇਆ ਉਹਦੇ ਫਰੰਟ 'ਤੇ ਪਾ ਦਿੰਦੇ, ਜਾਂ ਬਿੰਦੀ ਪਾਤੀ, ਜਾਂ ਚੋਂ ਪਾਇਆ। ਇਹ ਕੀ ਹੈ, ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨ ਵਾਸਤੇ ਛੁੱਟ ਮਰੋੜੀ ਵਰਤੀ ਜਾਂਦੀ। ਉਦਾਹਰਨ ਵਿੱਚ ਚ, ਉੱਤੇ, ਤੇ ਅਤੇ ਜਾਂ ਵਿੱਚੋਂ ਜਾਂ ਚੋਂ, ਉੱਥੇ ਛੁੱਟ ਮਰੋੜੀ ਵਰਤੀ ਜਾਂਦੀ ਹੈ। 13 ਨੰਬਰ ਦੇ ਉੱਪਰ ਅਸੀਂ ਗੱਲ ਹੁਣ ਕਰਾਂਗੇ ਬਿੰਦੀ ਦੀ। ਬਿੰਦੀ ਜਦੋਂ ਇਮਤਿਹਾਨਾਂ ਦੀਆਂ ਡਿਗਰੀਆਂ, ਕਿਸੇ ਦੇ ਅਹੁਦੇ ਜਾਂ ਕਿਸੇ ਲਈ ਵਰਤੇ ਗਏ ਸਤਿਕਾਰ ਰੂਪੀ ਸ਼ਬਦਾਂ ਨੂੰ ਸੰਖੇਪ 'ਚ ਲਿਖਣਾ ਹੋਵੇ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਡਿਗਰੀਆਂ ਹੋ ਗਈਆਂ ਜਾਂ ਕਿਸੇ ਦਾ ਅਹੁਦਾ ਹੋ ਗਿਆ, ਉਪਾਧੀ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਸਤਿਕਾਰ ਰੂਪੀ ਲਿਖਣ ਲਈ ਅਸੀਂ ਬਿੰਦੀ ਦੀ ਵਰਤੋਂ ਕਰਦੇ ਹਾਂ। ਜਿਵੇਂ ਡਾਕਟਰ ਲਿਖਣ ਦੇ ਲਈ ਅਸੀਂ ਵਰਤਦੇ ਹਾਂ, ਸਭ ਤੋਂ ਵਧੀਆ ਉਦਾਹਰਨ ਤੁਹਾਨੂੰ ਮੈਂ ਦਿੰਦਾ, ਜਿਵੇਂ ਡਾਕਟਰ ਲਿਖਣਾ ਉਹਦੇ ਲਈ ਅਸੀਂ ਐਂ ਵਰਤਾਂਗੇ ਡਾਕਟਰ, ਜਾਂ BA ਲਿਖਣਾ B ਪਾ ਕੇ BA, MA, ਜਾਂ ਸਰਦਾਰ ਲਿਖਣਾ ਗਾ ਸੱਸਾ ਪਾ ਕੇ ਬਿੰਦੀ। ਉਦਾਹਰਨ ਦੇ ਵਿੱਚ ਦੇਖੋ ਤੁਸੀਂ ਪਹਿਲੇ ਨੰਬਰ 'ਚ BA, MA, MBBS ਜਾਂ ਸੱਸਾ ਸਰਦਾਰ ਲਈ, ਸਰਦਾਰ ਸਾਹਿਬ, ਸੱਸਾ ਡਬਲ ਸੱਸਾ ਪਾਇਆ ਹੋਇਆ ਇਹਨਾਂ ਨੇ, 2 ਸੱਸੇ, ਸਰਦਾਰ ਸਾਹਿਬ ਲਿਖਿਆ ਹੈ। ਜਦੋਂ ਨੰਬਰ ਲਿਖੇ ਜਾਂਦੇ ਹਨ ਤਾਂ ਉਹਨਾਂ ਵਿੱਚ ਬਿੰਦੀ ਲੱਗਦੀ। ਉਦਾਹਰਨ 1.2,3। ਹੁਣ ਅਸੀਂ ਗੱਲ ਕਰਾਂਗੇ ਸਾਡੇ ਅਗਲੇ ਟੌਪਿਕ ਜੋ ਕਿ ਵਾਕ। ਵਿਸ਼ਰਾਮ ਚਿੰਨ੍ਹ ਪੜ੍ਹ ਲਏ ਤਾਂ ਇਸ ਤੋਂ ਬਾਅਦ ਅਸੀਂ ਵਾਕ ਕਿਹਨੂੰ ਕਹਿੰਦੇ ਨੇ, ਵਾਕ ਸ਼ਬਦਾਂ ਦੇ ਮੇਲ ਨੂੰ ਵਾਕ ਕਹਿੰਦੇ ਨੇ। ਜੋ ਸ਼ਬਦ ਬਣਦੇ ਆ ਜਦੋਂ ਉਹਨਾਂ ਦਾ ਮੇਲ ਹੁੰਦਾ, ਸ਼ਬਦਾਂ ਦਾ ਮੇਲ ਹੁੰਦਾ, ਉਹਨਾਂ ਨੂੰ ਅਸੀਂ ਵਾਕ ਕਹਿੰਦੇ ਹਾਂ। ਵਾਕਾਂ ਦੀ ਵੰਡ ਕਿਵੇਂ, ਵਾਕਾਂ ਦੀ ਵੰਡ ਅਸੀਂ 2 ਤਰੀਕੇ ਨਾਲ ਕਰਾਂਗੇ। ਪਹਿਲੀ ਵੰਡ ਹੈ ਜੋ ਸਾਡੀ ਉਹ ਹੈ, ਪਹਿਲੀ ਵੰਡ ਹੈ ਬਣਤਰ ਦੇ ਆਧਾਰ ਉੱਤੇ ਵੰਡ। ਵਾਕਾਂ ਦੀ ਵੰਡ ਕੀ ਹੈ, ਬਣਤਰ ਦੇ ਆਧਾਰ 'ਤੇ। ਬਣਤਰ ਦੇ ਆਧਾਰ 'ਤੇ ਕਿਵੇਂ ਵੰਡ ਹੈ, ਪਹਿਲਾ ਹੈਗਾ ਸਧਾਰਨ ਵਾਕ। ਸਧਾਰਨ ਵਾਕ ਨਾਮ ਅਤੇ ਕਿਰਿਆ ਰਾਹੀਂ ਹੱਦ ਵਿੱਚ ਆਉਂਦੇ ਹਨ, ਜਿਵੇਂ ਮੁੰਡਾ
ਰੋ ਰਿਹਾ ਹੈ, ਇਹ ਸਧਾਰਨ ਵਾਕ ਹੈ। ਉਸ ਤੋਂ ਬਾਅਦ ਨੰਬਰ 2 ਸੰਯੁਕਤ ਵਾਕ। ਇਹ ਪੇਪਰ ਦੇ ਵਿੱਚ ਕਾਫੀ ਵਾਰ ਕੁਐਸਚਨ ਆਇਆ ਹੈ ਪੁਰਾਣੇ ਪੇਪਰਾਂ ਦੇ ਵਿੱਚ ਵੀ ਮਿਸ਼ਰਤ ਵਾਕ ਚੁਣੋ ਜਾਂ ਸਧਾਰਨ ਵਾਕ ਚੁਣੋ। ਇੱਕ ਵਾਕ ਤੁਹਾਨੂੰ ਦੇ ਦੇਣਗੇ, ਉਹਦੇ ਵਿੱਚੋਂ ਤੁਸੀਂ ਮਿਸ਼ਰਤ ਵਾਕ ਜਾਂ ਸਧਾਰਨ ਵਾਕ ਜਾਂ ਗੁੰਝਲਦਾਰ ਉਪਵਾਕ, ਮਤਲਬ ਇਹਨਾਂ 'ਚੋਂ ਇੱਕ ਤੁਸੀਂ ਚੁਣਨਾ ਹੈ ਪੇਪਰ ਦੇ ਵਿੱਚ। ਇੱਦਾਂ ਕੁਐਸਚਨ ਦੇ ਦਿੰਦੇ ਨੇ। ਤਾਂ ਇੱਥੇ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਇਆ ਗਿਆ। ਸਧਾਰਨ ਵਾਕ ਨਾਮ ਅਤੇ ਕਿਰਿਆ ਰਾਹੀਂ ਹੱਦ ਚਾਹੁੰਦੇ ਨੇ, ਜਿਵੇਂ ਮੁੰਡਾ ਰੋ ਰਿਹਾ ਹੈ। ਦੂਸਰੇ ਨੰਬਰ 'ਤੇ ਆ ਜਾਂਦੀ ਹੈ ਸਾਡਾ ਸੰਯੁਕਤ ਵਾਕ। ਸੰਯੁਕਤ ਵਾਕ 2 ਜਾਂ 2 ਤੋਂ ਵੱਧ ਜਿਹੜੇ ਸੁਤੰਤਰ ਉਪਵਾਕਾਂ ਨਾਲ ਬਣਦੇ ਹਨ, ਜਿਵੇਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਇਹ ਕੀ ਆ ਗਏ? ਸੰਯੁਕਤ ਵਾਕ ਆ ਗਏ, 2 ਵਾਕ ਜੁੜੇ ਹੋਏ। ਉਸ ਤੋਂ ਬਾਅਦ ਆ ਗਿਆ ਮਿਸ਼ਰਤ ਵਾਕ। ਮਿਸ਼ਰਤ ਵਾਕ ਇੱਕ ਮੁੱਖ ਉਪਵਾਕ ਦੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਨਾਲ ਬਣਦਾ ਹੈ, ਜਿਵੇਂ ਉਸਨੇ ਕਿਹਾ ਅੱਜ ਤੋਂ ਬਾਅਦ ਮੈਂ ਗਲਤੀ ਦੁਬਾਰਾ ਨਹੀਂ ਕਰਾਂਗਾ। ਅੱਜ ਤੋਂ ਬਾਅਦ ਮੈਂ ਗਲਤੀ ਦੁਬਾਰਾ ਨਹੀਂ ਕਰਾਂਗਾ। ਤਾਂ ਕੀ ਆ ਗਿਆ? ਇਹ ਮਿਸ਼ਰਤ ਵਾਕ ਆ ਗਿਆ। ਤਾਂ ਉਸ ਤੋਂ ਬਾਅਦ ਆ ਜਾਂਦਾ ਹੈ ਨੰਬਰ 4 'ਤੇ ਗੁੰਝਲਦਾਰ ਉਪਵਾਕ, ਜਿਸ ਵਿੱਚ ਅਧੀਨ, ਪ੍ਰਧਾਨ ਅਤੇ ਸਮਾਨ। ਇਹਦੇ 'ਚ ਤਿੰਨ ਚੀਜ਼ਾਂ ਆ ਜਾਂਦੀਆਂ ਗੁੰਝਲਦਾਰ ਵਾਕ ਦੇ ਵਿੱਚ। ਅਧੀਨ ਆ ਗਿਆ 2 ਨੰਬਰ 'ਤੇ, ਪ੍ਰਧਾਨ, ਪਹਿਲਾਂ ਅਧੀਨ ਫਿਰ ਪ੍ਰਧਾਨ ਅਤੇ ਫਿਰ ਸਮਾਨ ਉਪਵਾਕ। ਇਹ 3 ਚੀਜ਼ਾਂ ਸ਼ਾਮਲ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਗੁੰਝਲਦਾਰ ਵਾਕ ਕਹਿੰਦੇ ਹਾਂ। ਉਸ ਤੋਂ ਇਹ 'ਤੇ ਅਸੀਂ ਬਣਤਰ ਦੇ ਆਧਾਰ 'ਤੇ ਵੰਡ, ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਾਰਜ ਦੇ ਆਧਾਰ 'ਤੇ ਦੀ ਵੰਡ ਕਿਵੇਂ ਹੋਏਗੀ ਵਾਕ ਦੀ। ਵਾਕ ਦੀ ਕਾਰਜ ਦੇ ਆਧਾਰ 'ਤੇ ਅਸੀਂ ਵੰਡ ਕਰਨ ਲਈ ਸਭ ਤੋਂ ਪਹਿਲਾਂ ਦੇਖਾਂਗੇ ਸਰਲ ਵਾਕ। ਹਾਂ ਵਾਚਕ ਵਾਕ, ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ, ਜਿਵੇਂ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ, ਇਹ ਹਾਂ ਵਾਚਕ ਆ ਗਿਆ, ਕਰਦੇ ਹਾਂ। ਨਾ ਵਾਚਕ ਕੀ ਆ ਗਿਆ? ਜਿਨ੍ਹਾਂ ਵਾਕਾਂ ਦੇ ਵਿੱਚ ਨਾ ਨਹੀਂ ਤੱਤ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਬੱਚਿਓ ਇੱਧਰ ਨਾ ਆਓ, ਇਹ ਨਾ ਵਾਚਕ ਵਾਕ ਹੋ ਗਿਆ। ਪਹਿਲਾ ਕੀ? ਸਰਲ ਵਾਕ। ਫਿਰ ਦੂਸਰੇ ਨੰਬਰ ਆ ਗਿਆ ਪ੍ਰਸ਼ਨਵਾਚਕ ਵਾਕ। ਪ੍ਰਸ਼ਨਵਾਚਕ ਵਾਕ ਜਿਨ੍ਹਾਂ ਵਿੱਚ ਕੋਈ ਸਵਾਲ ਪੁੱਛਿਆ ਜਾਂਦਾ ਹੈ, ਜਿਵੇਂ ਉਹ ਕਿੱਥੇ ਜਾ ਰਹੇ ਹਨ, ਇਹ ਆ ਗਿਆ ਪ੍ਰਸ਼ਨਵਾਚਕ। ਨੰਬਰ 3 'ਤੇ ਆ ਗਿਆ ਸਾਡਾ ਵਿਸਮੇਵਾਚਕ, ਜਿਸ ਵਾਕ 'ਚ ਹੈਰਾਨੀ ਜਾਂ ਵਿਸਮੇ ਦਾ ਪ੍ਰਗਟ ਹੁੰਦਾ ਹੈ, ਜਿਵੇਂ ਵਾਹ ਕਿੰਨੇ ਸੁੰਦਰ ਫੁੱਲ ਹੈ, ਇਹ ਕੀ ਆ ਗਿਆ? ਵਿਸਮੇਵਾਚਕ। ਨੰਬਰ 4 'ਤੇ ਅਸੀਂ ਗੱਲ ਕਰਾਂਗੇ ਆਗਿਆਵਾਚਕ ਵਾਕ। ਆਗਿਆਵਾਚਕ ਵਾਕ, ਜਿਸ ਵਾਕ ਦੇ ਵਿੱਚ ਆਗਿਆ ਜਾਂ ਹੁਕਮ ਦਿੱਤੇ ਜਾਂਦੇ ਨੇ, ਆਗਿਆ ਦਿੱਤੀ ਜਾਂਦੀ, ਜਿਵੇਂ ਚਾਹ ਲਿਆਓ, ਹੁਕਮ ਲਾਉਂਦੇ ਨੇ, ਆਗਿਆ ਦਿੰਦੇ ਨੇ ਵੀ ਭਾਈ ਚਾਹ ਲੈ ਕੇ ਆਓ ਮੇਰੇ ਲਈ, ਚਾਹ ਲਿਆਓ, ਇਹ ਕੀ ਹੈ? ਆਗਿਆਵਾਚਕ ਵਾਕ। ਉਸ ਤੋਂ ਬਾਅਦ ਨੰਬਰ 5 'ਤੇ ਆ ਜਾਂਦਾ ਇੱਛਾਵਾਚਕ ਵਾਕ, ਜਿਸ ਵਾਕ ਵਿੱਚ ਸ਼ੁਭ ਇੱਛਾਵਾਂ ਜਾਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਉਹਨਾਂ ਨੂੰ ਅਸੀਂ ਇੱਛਾਵਾਚਕ ਵਾਕ ਕਹਾਂਗੇ। ਇਹ ਵਾਕ ਦੀਆਂ 2 ਕਿਸਮਾਂ ਸੀ। ਉਹਦੇ ਵਿੱਚ ਅਸੀਂ ਪਹਿਲੀ ਤੋਂ ਬਾਅਦ ਅਸੀਂ ਦੂਸਰੇ ਦੇ ਵਿੱਚ 5 ਤਰ੍ਹਾਂ ਦੀ ਹੈ। ਤੁਹਾਨੂੰ ਇੱਕ ਵਾਰ ਦੁਬਾਰਾ ਰਿਪੀਟ ਕਰਾਉਣਾ। ਪਹਿਲਾ ਆ ਗਿਆ ਸਾਡਾ ਸਰਲ ਵਾਕ। ਪਹਿਲੀ ਤਾਂ ਅਸੀਂ ਸਰਲ ਵਾਕ, ਫਿਰ ਹਾਂ ਵਾਚਕ ਵਾਕ, ਨਾ ਵਾਚਕ ਵਾਕ, ਦੂਜਾ ਪ੍ਰਸ਼ਨਵਾਚਕ, ਤੀਸਰਾ ਵਿਸਮੇਵਾਚਕ, ਚੌਥਾ ਆਗਿਆਵਾਚਕ ਅਤੇ ਪੰਜਵਾਂ ਸਾਡਾ ਇੱਛਾਵਾਚਕ ਵਾਕ ਆ ਗਿਆ। ਸਭ ਇੱਛਾਵਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਤੂੰ ਸਦਾ ਕਾਮਯਾਬ ਹੋਵੇ, ਤੂੰ ਸਦਾ ਕਾਮਯਾਬ ਹੋਏ ਕੀ ਹੈ? ਇਹ 'ਚ ਅਸੀਸ ਦਿੱਤੀ ਹੋਈ ਹੈ। ਤਾਂ ਇਹ ਕੀ ਸੀ? ਸਾਡਾ ਵਾਕ ਦਾ ਪੋਰਸ਼ਨ ਸੀ। ਵਾਕ 2 ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਸੀ ਜੋ ਬਣਤਰ ਦੇ ਆਧਾਰ 'ਤੇ ਵਾਕ, ਫਿਰ ਉਸ ਤੋਂ ਬਾਅਦ ਵਾਕ ਕੀ ਹੈ? ਕਾਰਜ ਦੇ ਆਧਾਰ 'ਤੇ ਵਾਕਾਂ ਦੀ ਵੰਡ ਕੀਤੀ ਗਈ ਹੈ। ਤਾਂ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਪੰਜਾਬ ਦੇ ਜਿੰਨੇ ਵੀ ਗੌਰਮੈਂਟ ਟੈਸਟ ਹੁੰਦੇ ਹਨ, ਚਾਹੇ ਉਹ ਪਟਵਾਰੀ ਹੈ, ਚਾਹੇ ਉਹ ਵਾਰਡਨ ਦਾ ਪੇਪਰ ਆ, ਕੋਈ ਵੀ ਜਿੰਨੇ ਵੀ ਪੇਪਰ ਹੁੰਦੇ ਹਨ, ਉਹਨਾਂ ਲਈ ਪੰਜਾਬੀ ਕਾਫੀ ਜ਼ਰੂਰੀ ਹੈ। ਤਾਂ ਕਿ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡੀ ਫ੍ਰੀ ਐਜੂਕੇਸ਼ਨ ਤੁਹਾਨੂੰ ਇਹ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਸਟੂਡੈਂਟਸ। ਤਾਂ ਅਸੀਂ ਅਗਲੇ ਵੀਡੀਓ ਦੇ ਵਿੱਚ ਪੰਜਾਬੀ ਵਿਆਕਰਨ ਦਾ ਨਵਾਂ ਟੌਪਿਕ ਲੈ ਕੇ ਆਵਾਂਗੇ।